ਰੱਦ ਨਹੀਂ ਕਰਨਾ ਚਾਹੁੰਦੀਆਂ। ਕਿਉਂ? ਕਿਉਂਕਿ ਉਹ ਸਾਡੇ ਪੰਜਾਬ ਨੂੰ ਪ੍ਰਾਈਵੇਟ ਸੈਕਟਰ 'ਚ ਤਬਦੀਲ ਕਰਨਾ ਚਾਹੁੰਦੀਆਂ। ਸਰਕਾਰ ਖੁਦ ਕਮਿਊਨਲ ਬਿੱਲ ਲਿਆਉਂਦੀ ਆ, ਫਿਰ ਕਹਿੰਦੀ ਆ ਕਿ ਕਮਿਊਨਿਟੀ ਇੱਕ ਲੜਾਈ ਲੜਦੀ ਪਈ ਆ। ਤੁਸੀਂ ਸੀਏ ਲਿਆਂਦਾ ਕਿ ਉਹ ਕਮਿਊਨਲ ਬਿੱਲ ਨਹੀਂ ਸੀ। ਤੁਸੀਂ 370 ਤੋੜੀ ਕਿ ਇਹ ਕਸ਼ਮੀਰੀ ਕਮਿਊਨਲ ਬਿੱਲ ਜਾਂ ਕਾਨੂੰਨ ਨਹੀਂ ਸੀ। ਜਦਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਵਿਰਸਾ ਕਾਇਮ ਰਵੇ। ਸਾਡੀਆਂ ਜਿਹੜੀਆਂ ਕਿਸਾਨੀ ਜੜ੍ਹਾਂ ਆ ਜੋ ਕਿ ਜੁੜੀਆਂ ਹੋਈਆਂ ਸਾਡੇ ਖੇਤਾਂ ਨਾਲ, ਉਹ ਅਸੀਂ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੇ। ਸਰਕਾਰ ਖੁਦ ਪ੍ਰਾਈਵੇਟ ਹੋਈ ਪਈ ਹੈ ਸਾਰੀ ਦੀ ਸਾਰੀ। ਸੋ ਇਹ ਉਹ ਚੈਲੰਜ ਆ, ਔਰ ਇਹ ਚੈਲੰਜ ਜਿਹੜਾ ਸਰਕਾਰ ਦੇ ਸਾਹਮਣੇ ਆਉਂਦਾ, ਜਿਹੜੀ ਵੀ ਡਾਇਸੈਂਟ ਵੋਇਸ ਮੋਦੀ ਸਰਕਾਰ ਦੇ ਸਾਹਮਣੇ ਆਉਂਦੀ, ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਿਰਪਾ ਕਰਕੇ ਸਾਡੀ ਇੱਕੋ ਬੇਨਤੀ ਆ ਸਰਕਾਰਾਂ ਅੱਗੇ ਹੱਥ ਜੋੜ ਕੇ ਕਿ ਤੁਸੀਂ ਆਪਣੇ 3 ਕਾਲੇ ਕਾਨੂੰਨ ਵਾਪਸ ਲੈ ਲਵੋ। ਪਿਛਲੇ ਦਿਨੀ 26 ਜਨਵਰੀ ਨੂੰ ਜਦੋਂ ਕਿਸਾਨਾਂ ਵੱਲੋਂ ਪਰੇਡ ਮਾਰਚ ਕੱਢੀ ਗਈ ਸੀ ਦਿੱਲੀ ਵਿੱਚ, ਤਾਂ ਉਸ ਦੇ ਵਿੱਚ 26 ਜਨਵਰੀ ਵਾਲੇ ਦਿਨ ਹੀ ਜਿੱਥੋਂ ਲਾਲ ਕਿਲ੍ਹੇ ਉੱਪਰ ਕੁਝ ਨੌਜਵਾਨਾਂ ਵੱਲੋਂ ਖਾਲਸੇ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ। ਉਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕਾਫੀ ਕਿਸਾਨਾਂ ਦੇ ਕਿਸਾਨ ਆਗੂਆਂ ਦੇ ਕੇਸ ਦਰਜ ਕੀਤੇ ਗਏ ਸਨ। ਉਹਨਾਂ ਕਿਸਾਨਾਂ ਅਤੇ ਜਾਂ ਕਹਿ ਲਈਏ ਕਿ ਦੀਪ ਸਿੱਧੂ ਲੱਖੇ ਸੁਧਾਨੇ ਵਰਗੇ ਲੋਕਾਂ ਦੇ ਹੱਕ ਵਿੱਚ ਅੱਜ ਯੂਨੀਵਰਸਿਟੀ ਵਿੱਚ ਮਾਰਚ ਦਾ ਆਯੋਜਨ ਕੀਤਾ ਗਿਆ ਸਿੱਖ ਯੂਥ ਆਫ ਪੰਜਾਬ ਅਤੇ ਵਿਦਿਆਰਥੀਆਂ ਵੱਲੋਂ। ਸਾਡੇ ਨਾਲ ਕੁਝ ਆਗੂ ਹਨ, ਉਹਨਾਂ ਨਾਲ ਗੱਲਬਾਤ ਕਰਦੇ। ਕੀ ਮਕਸਦ ਕੀ ਸੀ ਤੁਹਾਡਾ ਜੀ ਅੱਜ ਮਾਰਚ ਦਾ? ਜਦੋਂ ਤੋਂ ਕਿਸਾਨੀ ਸੰਘਰਸ਼ ਜਿਹੜਾ ਚੱਲਦਾ ਪਿਆ ਆ, ਮੋਦੀ ਸਰਕਾਰ ਅਲੱਗ-ਅਲੱਗ ਹੱਥ ਕੰਡੇ ਬਣਾ ਰਹੀ ਉਸ ਨੂੰ ਫੇਲ ਕਰਨ ਦੇ ਲਈ। ਪਰ ਹੁਣ ਜਦੋਂ ਇਹ ਵੌਇਸ ਜਿਹੜੀ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚ ਗਿਆ, ਅਲੱਗ-ਅਲੱਗ ਐਕਟੀਵਿਸਟ ਜਿਹੜੇ ਆ ਕਿਸਾਨਾਂ ਦੇ ਹੱਥ ਬੋਲਣ ਲੱਗ ਪਏ ਨੇ, ਤੇ ਹੁਣ ਸਰਕਾਰ ਨੇ ਆਪਣਾ ਜਿਹੜਾ ਅਸਲੀ ਚਿਹਰਾ ਹੈ ਉਹ ਨੰਗਾ ਕੀਤਾ ਆ, ਔਰ ਜਿਹੜੀ ਇੱਕ ਟੈਰਰ ਦੀ ਭਾਵਨਾ ਹੈ ਲੋਕਾਂ ਦੇ ਫੈਲਾਉਣ ਦੇ, ਉਸ ਨੂੰ ਸ਼ੁਰੂ ਕਰਤਾ। ਨੌਜਵਾਨਾਂ ਦੇ ਉੱਤੇ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਸੁੱਟਣਾ ਸ਼ੁਰੂ ਕਰ ਦਿੱਤਾ, ਸੈਡੀਸ਼ਨ ਦੇ ਚਾਰਜਿਸ ਲਾਉਣੇ ਸ਼ੁਰੂ ਕਰ ਦਿੱਤੇ। ਸੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪਿਛਲੇ ਤਕਰੀਬਨ 10-15 ਦਿਨ ਤੋਂ ਮੋਦੀ ਸਰਕਾਰ ਨੇ ਟਾਰਗੇਟ ਕੀਤਾ ਆ, ਜਿਨ੍ਹਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਆ, ਜਿਨ੍ਹਾਂ ਨੂੰ ਜਿਹੜੇ ਫਾਲਸ ਕੇਸਿਸ ਨੇ ਉਹਨਾਂ ਦੇ ਫਰੇਮ ਕਰਨ ਦੀ ਕੋਸ਼ਿਸ਼ ਕਰਦੀ ਪਈ ਆ, ਉਹਨਾਂ ਦੀ ਆਵਾਜ਼ ਬਣਨ ਦੇ ਲਈ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਆ। ਔਰ ਅਸੀਂ ਇਹ ਮੈਸੇਜ ਦਿੱਤਾ ਹੈ ਕਿ ਬੇਸ਼ੱਕ ਤੁਸੀਂ ਉਹ ਸਰੀਰ ਜੇਲ੍ਹਾਂ ਦੇ ਵਿੱਚ ਦੱਬ ਲਓ, ਪਰ ਜਿਹੜੀ ਉਹਨਾਂ ਦੀ ਵੌਇਸ ਹੈ, ਜਿਹੜੀ ਉਹਨਾਂ ਦੀ ਸੋਚ ਹੈ, ਜਿਹੜਾ ਉਹਨਾਂ ਦਾ ਮਕਸਦ ਆ, ਉਹ ਇਹਨਾਂ ਨੌਜਵਾਨਾਂ ਦੇ ਵਿੱਚੋਂ ਸਮਾਜ ਦੇ ਵਿੱਚ ਝਲਕਦਾ ਰਹੇਗਾ, ਔਰ ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਕੀ ਲੱਗਦਾ ਕਿ ਜਿਹੜੀ ਕਿਸਾਨਾਂ ਦੇ ਹੱਕ ਜਿਹੜੀ ਵੀ ਆਵਾਜ਼ ਬੋਲਦੀ ਹੈ ਇਹਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਕਿਉਂਕਿ ਇਹ ਸਿੱਧਾ ਚੈਲੰਜ ਆ ਕੋਆਪਰੇਟ ਸੁਸਾਇਟੀਜ਼ ਨੂੰ, ਜਾਂ ਜਿਹੜਾ ਕੋਆਪਰੇਟ ਘਰਾਣੇ ਨੇ ਉਹਨਾਂ ਨੂੰ, ਜਿਨ੍ਹਾਂ ਨੂੰ ਸਰਕਾਰੀ ਬੇਸ਼ੱਕ ਕਿਹਾ ਜਾਂਦਾ ਪਰ ਉਹ ਸਰਕਾਰੀ ਰਹੇ ਨੇ, ਪ੍ਰਾਈਵੇਟਾਈਜੇਸ਼ਨ ਹੋ ਗਈ ਆ। ਸਰਕਾਰ ਖੁਦ ਪ੍ਰਾਈਵੇਟ ਹੋਈ ਪਈ ਹੈ ਸਾਰੀ ਦੀ ਸਾਰੀ। ਸੋ ਇਹ ਉਹ ਚੈਲੰਜ ਆ, ਔਰ ਇਹ ਚੈਲੰਜ ਜਿਹੜਾ ਸਰਕਾਰ ਦੇ ਸਾਹਮਣੇ ਆਉਂਦਾ, ਜਿਹੜੀ ਵੀ ਡਾਇਸੈਂਟ ਵੌਇਸ ਮੋਦੀ ਸਰਕਾਰ ਦੇ ਸਾਹਮਣੇ ਆਉਂਦੀ, ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਿਸਾਨੀ ਸੰਘਰਸ਼ ਮੋਦੀ ਸਰਕਾਰ ਦਾ ਪਹਿਲਾ ਐਸਾ ਸੰਘਰਸ਼ ਹੈ ਜਿਹੜਾ ਸਰਕਾਰ ਦੇ ਵਿਰੋਧ 'ਚ ਐਡਾ ਸਿਖਰਾਂ ਤੱਕ ਪਹੁੰਚਿਆ। ਇਸ ਤੋਂ ਪਹਿਲਾਂ ਵੀ ਆਏ ਨੇ, ਸੀਏ ਆਇਆ, NRC ਆਇਆ, ਉਹਦੇ ਵਿਰੋਧ ਹੋਏ, 370 ਆਇਆ, ਉਹਦਾ ਵੀ ਹਲਕਾ ਫੁਲਕਾ ਵਿਰੋਧ ਹੋਇਆ। ਪਰ ਜਦੋਂ ਹੁਣ ਇਹ ਕਿਸਾਨਾਂ ਦੇ ਉੱਤੇ ਸਿੱਧਾ ਹੱਲਾ ਬੋਲਿਆ ਗਿਆ, ਤੇ ਪੰਜਾਬ ਦੇ ਕਿਸਾਨਾਂ ਨੇ ਮੈਸੇਜ ਦਿੱਤਾ ਕਿ ਅਸੀਂ ਮੋਦੀ ਦੀ ਹੈਜਮਨੀ ਜਿਹੜੀ ਆ ਉਸ ਨੂੰ ਐਕਸੈਪਟ ਨਹੀਂ ਕਰਾਂਗੇ, ਅਸੀਂ ਉਸ ਦੇ ਵਿਰੋਧ ਵਿੱਚ ਖੜਾਂਗੇ। ਪਰ ਉਹ ਹੁਣ ਇਹਦੇ ਕੋਲ ਹੱਲ ਨਹੀਂ ਹੋ ਰਹੀ, ਔਰ ਉਸੇ ਆਪਣੇ ਜਿੱਤ ਦੇ ਰੱਥ ਨੂੰ ਜਦੋਂ ਇਹਨੇ ਵੇਖਿਆ ਕਿ ਅੱਗੇ ਰੋੜਾ ਡਿੱਠ ਗਿਆ ਹੈ, ਉਹਨਾਂ ਦਾ ਚੱਕਾ ਜਿਹੜਾ ਪੰਜਾਬ ਨੇ ਰੋਕਿਆ ਆ, ਉਸ ਨੂੰ ਦੂਰ ਕਰਨ ਦੇ ਲਈ ਮੋਦੀ ਸਰਕਾਰ ਜਿਹੜੀ ਹੈ ਵਾਰ-ਵਾਰ ਇੱਥੇ ਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਤਸ਼ੱਦਦ ਕਰਦੀ ਪਈ ਆ, ਉਹਨਾਂ ਨੂੰ ਫਾਲਸ ਕੇਸਿਸ ਦੇ ਫਸਾ ਰਹੀ ਆ। ਪਰ ਇਹ ਨਹੀਂ ਹੋਵੇਗਾ। ਕਿਸਾਨੀ ਸੰਘਰਸ਼ ਜਿਹੜਾ ਆ ਉਹ ਜਿੱਤਿਆ ਜਾਵੇਗਾ, ਕਿਉਂਕਿ ਇਹ ਲੋਕਾਂ ਦਾ ਸੰਘਰਸ਼ ਹੈ, ਕਿਸੇ ਇੱਕ ਜਾਂ ਦੂਸਰੀ ਪਾਰਟੀ ਦਾ ਨਹੀਂ। ਕੀ ਲੱਗਦਾ ਜੀ ਪਹਿਲੀ ਵਾਰ ਹੋਇਆ ਕਿ ਪਿਛਲੇ 2 ਸਾਲਾਂ ਵਿੱਚ ਦੇਸ਼ ਦੇ ਵਿੱਚ 6000 ਤੋਂ ਜ਼ਿਆਦਾ ਦੇਸ਼ ਦਰੋਹੀ ਦੇ ਕੇਸ ਦਰਜ ਹੋਏ ਹਨ? ਬਿਲਕੁਲ, ਮੈਂ ਪਹਿਲਾਂ ਵੀ ਇਹ ਗੱਲ ਆਪਣੀ ਸਪੀਚ ਦੇ ਵਿੱਚ ਵੀ ਕਹੀ ਆ ਕਿ ਇੱਥੇ ਸਿਰਫ 2 ਜਾਂ 3 ਹੀ ਦੇਸ਼ ਭਗਤ ਨੇ ਪੂਰੇ ਦੇਸ਼ ਦੇ ਵਿੱਚ। ਪਹਿਲੇ ਸਭ ਤੋਂ ਵੱਡੇ ਨੇ ਮੋਦੀ ਸਾਹਿਬ, ਦੂਸਰੇ ਨੇ ਅਮਿਤ ਸ਼ਾਹ, ਤੀਸਰੇ ਨੇ ਅਜੀਤ ਡੋਵਾਲ ਜੀ, ਬਾਕੀ ਉਹਨਾਂ ਦੇ ਜਿਹੜਾ ਪਿਛਲਾ ਥੱਲੇ ਵਾਲਾ ਪੈਰੋਕਾਰ ਆ ਜਾਂ ਥੋੜ੍ਹੀ ਬਹੁਤੀ ਦੇਸ਼ ਭਗਤੀ ਉਹਨਾਂ ਦਾ। ਬਾਕੀ ਇਹਦੇ ਇਲਾਵਾ ਕੋਈ ਬੰਦਾ ਇਸ ਦੇਸ਼ ਦੇ ਵਿੱਚ ਦੇਸ਼ ਭਗਤ ਨਹੀਂ। ਇਹ ਮੋਦੀ ਸਰਕਾਰ ਦੀ ਡੈਫੀਨੇਸ਼ਨ ਹੈ। ਸੋ ਇਹ ਜਿਹੜੀ ਡੈਫੀਨੇਸ਼ਨ ਆ, ਇਹਦੇ ਤਹਿਤ ਇਹ 6000 ਕੇਸ ਜਿਹੜੇ ਆ ਪਾਏ ਗਏ ਨੇ। ਕਿਉਂਕਿ ਤੁਸੀਂ ਇਹਨਾਂ ਕੇਸਾਂ ਨੂੰ ਸਾਰਿਆਂ ਨੂੰ ਪੜ੍ਹੋ, ਸਾਰੀਆਂ ਉਹ ਆਵਾਜ਼ਾਂ ਆ ਜਿਹੜੀਆਂ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਚੈਲੰਜ ਕਰਦੀਆਂ ਸੀ। ਸੋ ਇੱਥੇ ਗਲਤ ਨੀਤੀਆਂ ਨੂੰ ਚੈਲੰਜ ਕਰਨਾ ਜਿਹੜਾ ਉਹ ਦੇਸ਼ ਧਰੋਹ ਹੋ ਗਿਆ ਵਾ। ਜੇ ਇਹੀ ਦੇਸ਼ ਧਰੋਹ ਹੋਇਆ ਤੇ ਅਸੀਂ ਕਹਿੰਦੇ ਹਾਂ ਕਿ ਹਾਂ ਅਸੀਂ ਸਾਰੇ ਦੇ ਸਾਰੇ ਦੇਸ਼ ਧਰੋਹ ਹਾਂ। ਮੋਦੀ ਸਰਕਾਰ ਇਹ ਡਿਸਾਈਡ ਕਰ ਲਿਆ ਕਿ ਬੀਜੇਪੀ ਤੋਂ ਬਿਨਾਂ ਬਾਕੀ ਕੋਈ ਦੇਸ਼ ਭਗਤ ਨਹੀਂ, ਸਾਨੂੰ ਸਾਰਿਆਂ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿਓ, ਸੈਡੀਸ਼ਨ ਪਾ ਦਿਓ, ਸਮਾਜ ਨੂੰ ਖਾਲੀ ਕਰ ਦਿਓ ਤੇ ਬੀਜੇਪੀ ਦਾ ਸਮਾਜ ਤੁਸੀਂ ਸਿਰਜ ਦਿਓ, ਫਿਰ ਸ਼ਾਇਦ ਤੁਹਾਨੂੰ ਠੰਡ ਪਈ ਰਹੇ। ਸੋ ਇਸੇ ਤਹਿਤ ਹੀ ਜਿਹੜੇ ਪਿਛਲੇ 6000 ਕੇਸ ਤੁਸੀਂ ਕਹੇ ਆ, ਇਸੇ ਤਹਿਤ ਹੀ ਹੋਏ ਆ। ਇਹ ਸਾਰੀਆਂ ਉਹ ਆਵਾਜ਼ਾਂ ਜਿਹੜੀਆਂ ਮੋਦੀ ਸਰਕਾਰ ਤੋਂ ਅਲੱਗ ਵਿਚਾਰ ਰੱਖਦੀਆਂ ਸੀ, ਜਾਂ ਇਹਨਾਂ ਦੀ ਜਿਹੜੀ ਇੱਕ ਪਾਰਟੀ ਦੇ ਸੀਮਤ ਅਦਾਰੇ ਦੇ ਵਿੱਚ ਚੱਲਣ ਵਾਲੀ ਆਵਾਜ਼ ਆ ਉਸ ਨੂੰ ਚੈਲੰਜ ਕਰਦੀਆਂ ਸੀ। ਲੱਗਦਾ ਨਹੀਂ ਤੁਹਾਨੂੰ ਕਿ ਇੱਕ ਫਿਰਕੇ ਦਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕੇਂਦਰ ਸਰਕਾਰ ਵੱਲੋਂ? ਨਹੀਂ, ਇਹ ਤਾਂ ਹਮੇਸ਼ਾ ਹੀ ਰਿਹਾ ਆ। ਜਦੋਂ ਵੀ ਸੰਘਰਸ਼ ਕੋਈ ਹੁੰਦਾ ਹੈ ਉਹ ਹਮੇਸ਼ਾ ਕਿਸੇ ਨਾ ਕਿਸੇ ਖਿੱਤੇ ਦੇ ਨਾਲ ਜਾਂ ਇੱਕ ਧਰਮ ਦੇ ਨਾਲ ਰਿਲੇਟਡ ਹੀ ਹੁੰਦਾ ਹੈ। ਇਹ ਤਾਂ ਇਹਨਾਂ ਨੇ 370 ਤੋੜੀ ਸਿੱਧੀ ਕਸ਼ਮੀਰੀਆਂ ਨਾਲ ਰਿਲੇਟਡ ਹੀ, ਬਾਕੀ ਦੇਸ਼ ਚੁੱਪ ਰਿਹਾ, ਕੋਈ ਨਹੀਂ ਬੋਲਿਆ।
CA ਆਇਆ, NRC ਆਈ, ਲੋਕਾਂ ਨੂੰ ਲੱਗਿਆ ਮੁਸਲਮਾਨਾਂ ਦੇ ਖਿਲਾਫ ਆਈ ਆ, ਬਾਕੀ ਸਾਰੇ ਚੁੱਪ ਰਹੇ। ਇਸੇ ਤਰੀਕੇ ਨਾਲ ਹੁਣ ਜਦੋਂ ਕਿਸਾਨੀ ਤੇ ਆ ਬੜੇ ਆ ਤੇ ਕਿਸਾਨੀ ਪ੍ਰਮੁੱਖ ਤੌਰ ਦੇ ਉੱਤੇ ਜਿਸ ਨੂੰ ਇੰਪੈਕਟ ਕਰਨਾ ਇਹਨਾਂ ਲਾਸ ਨੇ, ਇਹ ਪੰਜਾਬ ਦੀ ਕਿਸਾਨੀ ਆ। ਤੇ ਹੁਣ ਪੰਜਾਬ ਬੋਲਿਆ ਤੇ ਹੁਣ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਇਕੱਲੇ ਸਿੱਖਾਂ ਦੀ ਜਾਂ ਪੰਜਾਬ ਦੀ ਲੜਾਈ ਹੈ। ਸੋ ਮਤਲਬ ਸਰਕਾਰ ਖੁਦ ਕਮਿਊਨਲ ਬਿੱਲ ਲਿਆਉਂਦੀ ਆ, ਫਿਰ ਕਹਿੰਦੀ ਆ ਕਿ ਕਮਿਊਨਿਟੀ ਇੱਕ ਲੜਾਈ ਲੜਦੀ ਪਈ ਆ। ਤੁਸੀਂ CA ਲਿਆਂਦਾ ਕਿ ਉਹ ਕਮਿਊਨਲ ਬਿੱਲ ਨਹੀਂ ਸੀ, ਤੁਸੀਂ 370 ਤੋੜੀ ਕਿ ਇਹ ਕਸ਼ਮੀਰੀ ਕਮਿਊਨਲ ਬਿੱਲ ਜਾਂ ਕਾਨੂੰਨ ਨਹੀਂ ਸੀ। ਹੁਣ ਤੁਸੀਂ ਆ ਖੇਤੀ ਦੇ ਵਿਰੋਧ ਵਿੱਚ ਲੈਂਦੇ, ਜਿਹੜੀ ਪ੍ਰਮੁੱਖ ਤੌਰ ਦੇ 'ਤੇ ਪੰਜਾਬ ਦੇ ਲੋਕ ਕਰਦੇ ਨੇ ਜਾਂ ਹਰਿਆਣੇ ਦੇ ਕਰਦੇ ਨੇ ਜਾਂ ਸਿੱਖ ਕਮਿਊਨਿਟੀ ਕਰਦੀ ਆ, ਕੀ ਇਹ ਕਮਿਊਨਲ ਨਹੀਂ। ਸੋ ਤੁਸੀਂ ਸਾਰਾ ਕੁਝ ਜੋ ਕਰੋ ਉਹ ਠੀਕ ਆ, ਜੇ ਪਿੱਛੋਂ ਥੱਲਿਓਂ ਕਮਿਊਨਲ ਆਵਾਜ਼ ਉੱਠੇ ਤੇ ਉਹ ਦੇਸ਼ ਵਿਰੋਧੀ ਤੇ ਉਹ ਜਿਹੜੀ ਆ ਉਹ ਧਰਮ ਵਾਲੀ ਹੋ ਜਾਂਦੀ ਆ ਤੇ ਉਹ ਦੇਸ਼ ਨੂੰ ਤੋੜਨ ਵਾਲੀ ਹੋ ਜਾਂਦੀ, ਉਹ ਤੁਹਾਡੇ ਲਈ ਮਾੜੀ। ਤੁਸੀਂ ਕਮਿਊਨਲ ਕਾਨੂੰਨ ਲਈ ਜਾਓ, ਕਮਿਊਨਲ ਬਿੱਲ ਲਈ ਜਾਓ, ਤੁਸੀਂ ਦੇਸ਼ ਭਗਤ। ਅਸੀਂ ਉਹਦੇ ਵਿਰੋਧ ਦੇ ਵਿੱਚ ਖੜੀ ਜਾਈਏ ਤੇ ਅਸੀਂ ਇਕੱਲੇ ਕਮਿਊਨਲ ਤੇ ਅਸੀਂ ਦੇਸ਼ ਵਿਰੋਧੀ। ਜੇ ਇਹੀ ਇਹਨਾਂ ਦੇ ਫਿਨੋਮੀਨਾ ਤਾਂ ਮੈਂ ਪਹਿਲਾਂ ਵੀ ਕਿਹਾ, ਹਾਂ ਅਸੀਂ ਦੇਸ਼ ਵਿਰੋਧੀ, ਹਾਂ ਅਸੀਂ ਕਮਿਊਨਲ, ਹਾਂ ਜੇਕਰ ਤੁਹਾਨੂੰ ਅਸੀਂ ਨਹੀਂ ਪਸੰਦ ਤੇ ਅਸੀਂ ਤੁਹਾਡਾ ਸਪਰੈਸ਼ਨ ਸਹਿਣ ਦੇ ਲਈ ਤਿਆਰ ਆ। ਪਰ ਇਹ ਗੱਲ ਯਾਦ ਰੱਖਣਾ ਕਿ ਇਹ ਸਿਰਫ ਇੱਕ ਜਾਂ ਦੋ ਆਵਾਜ਼ਾਂ ਨਹੀਂ ਆ, ਇਹ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਨੌਜਵਾਨਾਂ ਦੀ ਆਵਾਜ਼ ਆ। ਜਿੱਥੋਂ ਜਿਹੜੀ ਬੁਲੰਦ ਹੋਈ ਆ, ਇਹ ਆਵਾਜ਼ ਥੰਮਣ ਵਾਲੀ ਨਹੀਂ, ਇਹ ਸਮਾਜ ਦਾ ਚਿਹਰਾ ਬਦਲੇਗੀ। ਅੱਜ ਮਾਰਚ ਦਾ ਕੱਢਣ ਲਈ ਯੂਨੀਵਰਸਿਟੀ ਕਿਉਂ ਚੁਣੀ ਗਈ? ਯੂਨੀਵਰਸਿਟੀ ਚੁਣੀ ਗਈ, ਨੌਜਵਾਨਾਂ ਦੀ ਆਵਾਜ਼ ਆ, ਨੌਜਵਾਨ ਚਾਹੁੰਦੇ ਸੀ ਤੇ ਉਹਨੂੰ ਇੱਕ ਜਥੇਬੰਦ ਰੂਪ ਦੇਣ ਵਾਸਤੇ ਫਿਰ ਜਿਹੜੀ ਇਹ ਕਾਲ ਦਿੱਤੀ ਗਈ ਤੇ ਜਿਹਦੇ ਵਿੱਚ ਭਰਵਾਂ ਦੀ ਦੇਖਿਆ ਹੁੰਗਾਰਾ ਮਿਲਿਆ। ਕਿਉਂਕਿ ਜਿਹੜੀ ਯੂਨੀਵਰਸਿਟੀਆਂ ਜਿਹੜੇ ਥਾਵਾਂ ਹੁੰਦੀਆਂ ਨੇ, ਇੱਥੋਂ ਹੀ ਭਵਿੱਖ ਤੈਅ ਕਰਨ ਵਾਲੇ ਲੋਕ ਨਿਕਲਦੇ, ਇੱਥੋਂ ਰਾਜਨੀਤੀ ਕਰਨ ਵਾਲੇ, ਇੱਥੇ ਇਕਨੋਮਿਕ ਪਾਲਿਸੀਜ਼ ਬਣਾਉਣ ਵਾਲੇ, ਇੱਥੋਂ ਲੋਕਾਂ ਦਾ ਇਲਾਜ ਕਰਨ ਵਾਲੇ, ਸਮਾਜ ਦਾ ਹਰ ਵਰਗ ਜਿਹਨੇ ਸਰਵਿਸ ਦੇਣੀ ਹੈ ਸਮਾਜ ਨੂੰ, ਉਹ ਇੱਥੋਂ ਨਿਕਲਣਾ ਵਾ। ਤੇ ਜੇ ਇਹ ਵਰਗ ਇੰਨਾ ਚੇਤੰਨ ਵਾ, ਜੇ ਇੰਨੀ ਵੱਡੀ ਗਿਣਤੀ 'ਚ ਆ ਰਿਹਾ ਵਾ, ਤਾਂ ਸਰਕਾਰ ਨੂੰ ਸਮਝ ਜਾਣਾ ਚਾਹੀਦਾ, ਉਹਨੂੰ ਖਬਰਦਾਰ ਹੋਣਾ ਚਾਹੀਦਾ। ਜੇ ਪੜ੍ਹੇ ਲਿਖੇ ਲੋਕ ਇਹ ਗੱਲ ਕਹਿ ਰਹੇ ਨੇ, ਤੁਹਾਨੂੰ ਗੌਰ ਕਰਨੀ ਚਾਹੀਦੀ ਹੈ। ਜਿਹੜੇ 70 ਲੋਕ ਕਾਬਜ ਉਹ ਵੀ ਇਹਨਾਂ ਇਹੋ ਜਿਹੀ ਯੂਨੀਵਰਸਿਟੀ ਵਿੱਚ ਪੜ੍ਹ ਕੇ ਗਏ ਨੇ। ਬਿਲਕੁਲ ਜੀ, ਚੰਗਾਈ ਅਛਾਈ ਹਰ ਥਾਂ ਹੁੰਦੀ ਆ। ਜੇ ਇੱਥੋਂ ਪੜ੍ਹ ਕੇ ਗਏ ਨੇ, ਰਾਜ ਕਰ ਰਹੇ ਨੇ, ਇਨਸਾਫ ਨਹੀਂ ਦੇ ਰਹੇ, ਨਵੇਂ ਜਾਣਗੇ ਉਹ ਇਨਸਾਫ ਦੇਣਗੇ। ਇਹਦਾ ਸਮਾਂ ਇਦਾਂ ਹੀ ਚੱਲਦਾ ਆ ਜੀ। ਜ਼ੁਲਮੀ ਰਾਜ ਆਉਂਦੇ ਨੇ, ਖਤਮ ਹੁੰਦੇ ਨੇ, ਜ਼ੁਲਮੀ ਰਾਜ ਆਉਂਦੇ ਨੇ, ਖਤਮ ਹੁੰਦੇ ਨੇ। ਤੇ ਇਹਦਾ ਮਤਲਬ ਦਿਨ ਰਾਤ ਚੱਲਦੀ ਰਹਿਣੀ ਹੈ ਜੀ। ਇਹ ਤਾਂ ਫਿਰ ਜੇ ਅੱਗੋਂ ਇਹ ਕੀ ਕਿਸ ਤਰ੍ਹਾਂ ਕਹਿ ਸਕਦੇ ਕਿ ਜਿਹੜੇ ਅੱਗੋਂ ਆਣਗੇ ਉਹ ਠੀਕ ਹੋਣਗੇ? ਅੱਗੋਂ ਦੇਖੋ, ਜਿਹੜੇ ਇਸ ਸਮੇਂ ਰਾਜ ਕਰ ਰਹੇ ਨੇ ਉਹ ਤਾਂ ਠੀਕ ਨਹੀਂ ਨਾ। ਜਦੋਂ ਜਿਹੜੀ ਕਹਿੰਦੇ ਆ ਕਿ ਪਾਵਰ ਕਰਪਟਸ, ਐਬਸਲੂਟ ਪਾਵਰ ਕਰਪਟਸ ਐਬਸਲੂਟਲੀ। ਜਦੋਂ ਤੱਕ ਤੇ ਪਹਿਲੀ ਵਾਰੀ ਜਿੱਤੇ ਸੀ ਤੇ MP ਘੱਟ ਸੀ ਤੇ ਉਹਨਾਂ ਨੇ ਕੀ ਕੁਛ ਕੀਤਾ ਉਹ ਦੇਖਿਆ। ਜਦੋਂ 303 ਹੋਏ ਤੇ ਉਹ ਕੀ ਕਰ ਰਹੇ ਨੇ ਉਹ ਦੇਖਣ ਭਾਈ ਦੇਖ ਰਹੇ ਆ। ਤੇ ਜਦੋਂ ਵੀ ਕਿਸੇ ਦੇ ਹੱਥ ਤਾਕਤ ਆਉਂਦੀ ਹੈ ਤਾਂ ਉਹ ਕਰਪਟ ਹੁੰਦਾ ਵਾ। ਉਹ ਕਦੋਂ ਤੱਕ ਕਰਪਟ ਹੁੰਦਾ? ਜੇ ਉਹਦੇ ਸਿਰ ਤੇ, ਹੁਣ ਦੇਖੋ ਸਿੱਖ ਧਰਮ ਦੇ ਵਿੱਚ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਵਾ। ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, ਤੁਸੀਂ ਦੇਖੋ ਉੱਥੇ ਦੋ ਮੀਰੀ ਪੀਰੀ ਦਾ ਸਿਧਾਂਤ ਵਾ। ਜੇ ਸਿਆਸਤ ਦੇ ਉੱਪਰ ਧਰਮ ਦਾ ਕੁੰਡਾ ਨਹੀਂ ਆ ਤਾਂ ਸਿਆਸਤ ਉਹ ਕੁਛ ਕਰੂਗੀ ਜੋ ਕੁਛ ਅੱਜ ਕਰ ਰਹੀ ਹੈ। ਤੇ ਉਹਦੇ ਵਾਸਤੇ ਹੀ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਦੀ ਸਿਆਸਤ ਵਾ ਜਿਹਦੇ ਵਿੱਚ ਨਿਆਂ ਦਾ ਰਾਜ ਵਾ, ਜਿਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਹੋਵੇ, ਉਹ ਰਾਜ ਕਰਨ ਵਾਲੇ, ਉੱਦਾਂ ਦੀ ਸੋਚ ਰੱਖਣ ਵਾਲੇ ਲੋਕ ਜਦੋਂ ਤਖਤ ਤੇ ਆਉਣਗੇ ਤਾਂ ਇਨਸਾਫ ਦੇਣਗੇ। ਇਤਿਹਾਸ 'ਚ ਹੀ ਦੇਖਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੇ ਕੋਲ ਸੁਨਹਿਰੀ ਇਤਿਹਾਸ, ਸੁਨਹਿਰੀ ਅੱਖਰਾਂ 'ਚ ਲਿਖਿਆ ਪਿਆ। ਕੁਝ ਹੋਰ ਸਟੂਡੈਂਟ ਉਹਨਾਂ ਨਾਲ ਗੱਲਬਾਤ ਕਰ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਤਮੰਨਾ ਹੈ ਤੇ ਮੈਂ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੀ ਸਟੂਡੈਂਟ ਹਾਂ। ਤੁਹਾਨੂੰ ਕਿਉਂ ਲੱਗਦਾ ਕਿ ਇਸ ਤਰ੍ਹਾਂ ਤੁਹਾਨੂੰ ਮਜਬੂਰ ਹੋਣਾ ਪਿਆ ਇਸ ਮਾਰਚ ਵਿੱਚ ਆਉਣ ਲਈ ਜਾਂ ਸੜਕਾਂ 'ਤੇ ਆਉਣ ਲਈ? ਦੇਖੋ, ਅਸੀਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲੇ ਕੁਝ ਇੱਕ ਮਹੀਨਿਆਂ ਤੋਂ ਬੜਾ ਹੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ, ਬਹੁਤ ਹੀ ਜ਼ਿਆਦਾ। ਤੁਸੀਂ ਸਿੰਘੂ ਟਿਕਰੀ ਬਾਰਡਰਾਂ 'ਤੇ ਜਾ ਕੇ ਦੇਖ ਲਓ, ਉੱਥੇ ਛੋਟੇ ਤੋਂ ਛੋਟੇ ਬੱਚਾ, ਬਜ਼ੁਰਗ, ਸਾਡੀਆਂ ਵੀਰ ਭੈਣਾਂ ਸਾਰੇ ਉੱਥੇ ਟਿਕੇ ਹੋਏ ਨੇ ਬੜੇ ਪੀਸਫੁਲੀ। ਤੇ ਉਹਨਾਂ ਦੀ ਸਿਰਫ ਇੱਕੋ ਮੰਗ ਹੈ ਕਿ ਸਾਡੇ ਜਿਹੜੇ 3 ਕਾਲੇ ਕਾਨੂੰਨ ਹੈ ਉਹ ਰੱਦ ਕਰ ਦਿੱਤੇ ਜਾਣ ਤੇ ਸਾਡੇ ਜਿਹੜੇ ਪੰਜਾਬ ਹੈ, ਰੰਗਲਾ ਪੰਜਾਬ ਹੈ, ਇਹਨੂੰ ਪ੍ਰਾਈਵੇਟ ਸੈਕਟਰ 'ਚ ਨਾ ਤਬਦੀਲ ਕੀਤਾ ਜਾਵੇ। ਸਾਡਾ ਜਿਹੜਾ ਵਿਰਸਾ ਹੈ ਉਹਨੂੰ ਪਲੀਜ਼ ਕਾਇਮ ਰਹਿਣ ਦਿੱਤਾ ਜਾਵੇ। ਪਰ ਸਰਕਾਰਾਂ ਇੰਨੀ ਛੋਟੀ ਜਿਹੀ ਮੰਗ ਵੀ ਮੰਨਣ ਨੂੰ ਰਾਜ਼ੀ ਨਹੀਂ ਹੈਗੀਆਂ। ਕਿਉਂਕਿ ਉਹਨਾਂ ਨੂੰ ਸ਼ਾਇਦ ਕਿਉਂਕਿ ਉਹਨਾਂ ਦੇ ਮਨ 'ਚ ਇੱਕੋ ਚੀਜ਼ ਹੈ ਕਿ ਉਹ ਆਪਣੇ ਸਾਡੇ ਪੰਜਾਬ ਨੂੰ ਵੀ ਹਟਣਾ ਚਾਹੁੰਦੀਆਂ ਨੇ ਤੇ ਅਡਾਨੀਆਂ ਅੰਬਾਨੀਆਂ ਨੂੰ ਵੇਚ ਕੇ ਇਹਨੂੰ ਵੀ ਇੱਕ ਪ੍ਰਾਈਵੇਟ ਸੈਕਟਰ 'ਚ ਤਬਦੀਲ ਕਰਨਾ ਚਾਹੁੰਦੀਆਂ ਨੇ। ਸੋ ਅਸੀਂ ਅਜਿਹਾ ਬਿਲਕੁਲ ਨਹੀਂ ਹੋਣ ਦੇ ਸਕਦੇ, ਕਿਉਂਕਿ ਸਾਡੀ ਕੌਮ ਨੂੰ ਕਿਹਾ ਗਿਆ ਹੈ ਕਿ ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ ਹੈ। ਦੇਖੋ ਜੀ, ਪਿਛਲੇ ਕੁਝ ਇੱਕ ਮਹੀਨਿਆਂ ਤੋਂ ਸਾਡੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਬੜੀ ਹੀ ਪੀਸਫੁਲੀ ਪ੍ਰੋਟੈਸਟ ਕਰ ਰਹੀਆਂ ਨੇ ਤੇ ਉਹਨਾਂ ਦਾ ਲੈ ਦੇ ਕੇ ਸਿਰਫ ਇੱਕੋ ਮੰਗ ਹੈਗੀ ਹੈ ਕਿ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ। ਪਰ ਕਿਸਾਨਾਂ ਵੀ ਆਪਣੀ ਜ਼ਿੱਦ ਤੇ ਅੜੀਆਂ ਹੋਈਆਂ ਕਿ ਉਹ ਕਾਲੇ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦੀਆਂ। ਕਿਉਂਕਿ ਉਹ ਸਾਡੇ ਪੰਜਾਬ ਨੂੰ ਪ੍ਰਾਈਵੇਟ ਸੈਕਟਰ 'ਚ ਤਬਦੀਲ ਕਰਨਾ ਚਾਹੁੰਦੀਆਂ, ਜਦਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਵਿਰਸਾ ਕਾਇਮ ਰਵੇ। ਸਾਡੀਆਂ ਜਿਹੜੀਆਂ ਕਿਸਾਨੀ ਜੜ੍ਹਾਂ ਆ ਜੋ ਕਿ ਜੁੜੀਆਂ ਹੋਈਆਂ ਸਾਡੇ ਖੇਤਾਂ ਨਾਲ, ਉਹ ਅਸੀਂ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੇ। ਸੋ ਕਿਰਪਾ ਕਰਕੇ ਸਾਡੀ ਇੱਕੋ ਬੇਨਤੀ ਆ ਸਰਕਾਰਾਂ ਅੱਗੇ ਹੱਥ ਜੋੜ ਕੇ ਕਿ ਤੁਸੀਂ ਆਪਣੇ 3 ਕਾਲੇ ਕਾਨੂੰਨ ਵਾਪਸ ਲੈ ਲਵੋ
ਨਹੀਂ ਤਾਂ ਹੋ ਸਕਦਾ ਜਿਵੇਂ ਅੱਜ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਦਰਸ਼ਨ ਕੀਤਾ, ਸਾਡਾ ਪ੍ਰਦਰਸ਼ਨ ਵੀ ਸਿਰਫ ਇਸੇ ਮੰਗਾਂ ਤੇ ਸੀਗਾ ਕਿ 3 ਕਾਲੇ ਕਾਨੂੰਨ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣ, ਤੇ ਜਿਹੜੇ ਵੀ ਸਾਡੇ ਵੀਰ ਭੈਣਾਂ ਜਿਨ੍ਹਾਂ ਨੂੰ ਸਰਕਾਰਾਂ ਨੇ ਬੰਦੀ ਕਰ ਲਿੱਤਾ ਗਿਆ ਉਹਨਾਂ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਉਹਨਾਂ ਦੀ ਕੋਈ ਗਲਤੀ ਨਹੀਂ, ਉਹ ਸਿਰਫ ਉਹਨਾਂ ਦੀ ਇੰਨੀ ਗਲਤੀ ਹੈ ਕਿ ਉਹ ਸਾਡੇ ਕਿਸਾਨਾਂ ਦੀ ਸਪੋਰਟ ਵਿੱਚ ਖੜੇ ਨੇ। ਸੋ ਸਰਕਾਰਾਂ ਅੱਗੇ ਇੱਕੋ ਬੇਨਤੀ ਹੈ ਕਿ ਸਾਡੀਆਂ ਮੰਗਾਂ ਮੰਨ ਲਓ, ਜਿਹੜੇ 3 ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰ ਦਿਓ, ਕਿਉਂਕਿ ਹੋ ਸਕਦਾ ਆ ਜੇਕਰ ਜੇਕਰ ਜਿਹੜੀਆਂ ਸਰਕਾਰਾਂ ਉਹ ਅਜੇ ਨਹੀਂ ਮੰਨਦੀਆਂ ਤੇ ਹੋ ਸਕਦਾ ਹੈ ਕਿ ਜਿਹੜੀ ਇਹ ਲਹਿਰ ਆ ਰੋਸ ਪ੍ਰਦਰਸ਼ਨ ਦੀ ਲਹਿਰ ਆ, ਹੋ ਸਕਦਾ ਕਿ ਇੰਟਰਨੈਸ਼ਨਲ ਲੈਵਲ ਪੱਧਰ ਤੇ ਛਾ ਜਾਵੇ। ਉਦੋਂ ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਬਚਣਾ, ਉਦੋਂ ਵੀ ਉਹਨਾਂ ਨੂੰ ਕਰਨਾ ਹੀ ਪੈਣਾ। ਸੋ ਇਸ ਲਈ ਬੈਟਰ ਆ ਕਿ ਹਜੇ ਹੀ ਹਜੇ ਹੀ ਮੰਨ ਲਈਆਂ ਜਾਣ ਸਾਡੀਆਂ ਮੰਗਾਂ, ਤੇ ਹਜੇ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ। ਬਾਕੀ ਰਹੀ ਗੱਲ ਖਾਲਿਸਤਾਨੀ ਕਹਿਣ ਦੀ ਕਿ ਸਾਡੇ ਜਿਹੜੇ ਪੰਜਾਬੀ ਉਹ ਖਾਲਿਸਤਾਨੀ ਨੇ, ਇਹ ਗੱਲ ਜਿਹੜੀ ਆ ਇਹ ਮੈਂ ਬਿਲਕੁਲ ਵੀ ਇਹਦੇ ਨਾਲ ਸਹਿਮਤੀ ਨਹੀਂ ਰੱਖਦੀ, ਕਿਉਂਕਿ ਦੇਖੋ ਇਤਿਹਾਸ ਗਵਾਹ ਹੈ ਕਿ ਜਿੱਥੇ ਜਿੱਥੇ ਜ਼ਰੂਰਤ ਪਈ ਹੈ, ਜਿਹੜੀ ਜਗ੍ਹਾ ਤੇ ਜ਼ਰੂਰਤ ਪਈ ਹੈ, ਜਿੱਥੇ ਕੋਈ ਹੜ੍ਹ ਆਇਆ, ਭੂਚਾਲ ਆਇਆ, ਉੱਥੇ ਸਾਡੇ ਖਾਲਸਾ ਏਡ ਜਾਂ ਸਾਡੇ ਜਿਹੜੀਆਂ ਜਥੇਬੰਦੀਆਂ ਨੇ ਉਹ ਜਾ ਕੇ ਹੈਲਪ ਕਰਦੀਆਂ ਰਹੀਆਂ ਨੇ, ਲੰਗਰ ਲਾਉਂਦੀਆਂ ਰਹੀਆਂ ਨੇ। ਸੋ ਜਦੋਂ ਤੱਕ ਅਸੀਂ ਕਿਸੇ ਲਈ ਕਰੀਏ ਉਦੋਂ ਤੱਕ ਅਸੀਂ ਸਰਬੱਤ ਦਾ ਭਲਾ ਕਰ ਰਹੇ ਹਾਂ, ਤੇ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਉਦੋਂ ਅਸੀਂ ਖਾਲਿਸਤਾਨੀ ਹਾਂ। ਸੋ ਮੇਰੀ ਇਹੀ ਬੇਨਤੀ ਹੈ ਐਟ ਲਾਸਟ ਵੀ ਸਰਕਾਰਾਂ ਅੱਗੇ ਕਿ ਕਿਰਪਾ ਕਰਕੇ ਜਿਹੜੇ 3 ਕਾਲੇ ਕਾਨੂੰਨ ਆ ਉਹ ਰੱਦ ਕਰ ਦਿਓ, ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਪ੍ਰਦਰਸ਼ਨ ਕਰਾਂਗੇ, ਰੋਜ਼ ਪ੍ਰਦਰਸ਼ਨ ਕਰਾਂਗੇ, ਹਰ ਜਗ੍ਹਾ ਤੇ, ਹਰ ਕਾਲਜ, ਹਰ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰਾਂਗੇ। ਪਰ ਸਾਡਾ ਮਕਸਦ ਕਿਸੇ ਵੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰਨਾ ਨਹੀਂ ਆ, ਸਾਡਾ ਸਿਰਫ ਇੱਕੋ ਹੀ ਮੋਟਿਵ ਆ ਕਿ ਸਾਡੇ ਜਿਹੜੇ 3 ਕਾਲੇ ਕਾਨੂੰਨ ਜਿਹੜੇ ਸਾਡੀਆਂ ਹੋਂਦਾਂ ਨੂੰ ਜਿਹੜੇ ਖਤਰੇ ਵਿੱਚ ਪਾ ਰਹੇ ਆ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਤੇ ਸਾਨੂੰ ਸਾਡੀਆਂ ਜ਼ਮੀਨਾਂ ਵਾਪਸ ਕਰ ਦਿੱਤੀਆਂ ਜਾਣ। ਵਿਦਿਆਰਥੀ ਜਿਹਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਵੱਲੋਂ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਉਹਨਾਂ ਵੱਲੋਂ ਹੀ ਆਪਣਾ ਸੰਘਰਸ਼ ਹੈ ਉਸ ਨੂੰ ਹੋਰ ਤੇਜ਼ ਕੀਤਾ ਜਾਏਗਾ। ਕੈਮਰਾਮੈਨ ਅਰਜੁਨ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।